बिस्मिल्लाहिर्रहमानिर्रहीम। या वदूद वसल्लि अला सय्यिदिना मुहम्मदिन व आलिहि व अस्सहाबिहि इन्नका रहीमुम वदूद। अस्सलाम वालेकुम व रहमतुल्लाहि व बरकातहू। मैं तुहाडे सामने अज किस्सा सोहनी महीवाल दा पार्ट 3 तीसरा हिस्सा जिहड़ा है वो मैं तुहाडे सामने पेश कर लगा। 18वीं सदी दे विच गुजरात दे विच एक कमियार जिहदा नां अब्दुल्ला कमियार सी, ਉਹਦੇ ਘਰ एक धी जमदी है जिहदा नां सोहनी रखिया जाता है। सोहनी ਉਹਦੇ हुसन तू ਉਹਦੀ खूबसूरती तू ਉਹਦਾ नां सोहनी रखिया जाता है कि सोहनी बड़ी खूबसूरत सी। ਉਹ जवानी ਦੇ ਵਿੱਚ हुसन जमाल ਦੀ पैकर बन जाती है। सोहनी अपने वालिद नाल मिट्टी ਦੇ ਜ਼ਰੂਫ मिट्टी ਦੇ ਭਾਂਡੇ बनाती है ਤੇ अपने बाप ਦਾ हथ वटाती है ਤੇ ਉਹਦੀ ਵਿਕਰੀ ਕਰਦੀ ਹੈ ਤੇ ਉਹਦੇ ਵਿੱਚ ਹੀ ਉਹਨਾਂ ਦੇ ਖਾਨਦਾਨ ਦਾ ਉਹਨਾਂ ਦੇ ਟੱਬਰ ਦਾ ਜਿਹੜਾ ਉਹ ਗੁਜ਼ਾਰਾ ਹੁੰਦਾ ਹੈ। ਸੋਹਣੀ ਦਾ ਜਿਹੜਾ ਪਿਓ ਸੀ ਅਬਦੁੱਲਾ ਕਮਿਆਰ, ਉਹਦੀ ਹੱਟੀ ਜਿਹੜੀ ਹੈ ਉਹ ਰਿਆਮ ਪਿਆਰੀ ਮਹਿਲ ਦੇ ਕੋਲ ਦਰਿਆ ਦੇ ਕੰਢੇ ਵਾਕਿਆ ਸੀ। ਸੋਹਣੀ ਇਸ ਕਦਰ ਹਸੀਨ ਸੀ ਕਿ ਉਹਦੇ ਹੁਸਨ ਦਾ ਚਰਚਾ ਦੂਰ ਦੂਰ ਤੱਕ ਬਹੁਤ ਮਸ਼ਹੂਰ ਸੀ। ਮਹੀਵਾਲ ਦਾ ਬਾਪ ਦੇ ਔਲਾਦ ਨਹੀਂ ਸੀ ਹੈ। ਮਹੀਵਾਲ ਦਾ ਬਾਪ ਬੁਹਾਰੇ ਦਾ ਰਹਿਣ ਵਾਲਾ ਸੀ। ਉੱਥੇ ਉਹਨੂੰ ਕਿਸੇ ਬੰਦੇ ਨੇ ਇਹ ਗੱਲ ਕਹੀ ਕਿ ਇੱਥੇ ਇੱਕ ਫਕੀਰ ਆਇਆ ਹੈ, ਉਹ ਬੜਾ ਅੱਲਾ ਦਾ ਬੰਦਾ ਹੈ, ਤਾਂ ਤੂੰ ਉਹਦੇ ਕੋਲ ਚੱਲ ਤਾਂ ਉਹ ਤੇਰੇ ਵਾਸਤੇ ਦੁਆ ਕਰੇਗਾ ਤੇ ਅੱਲਾਹ ਤਾਲਾ ਤੈਨੂੰ ਔਲਾਦ ਦੇ ਦੇਗਾ। ਜਿਹੜਾ ਇੱਜ਼ਤ ਬੇਗ ਦਾ ਬਾਪ ਸੀ ਉਸ ਬੰਦੇ ਦੀ ਗੱਲ ਮੰਨ ਕੇ ਉਸ ਅੱਲਾ ਦੇ ਬੰਦੇ ਕੋਲ, ਉਸ ਫਕੀਰ ਕੋਲ ਉਹਦੇ ਹਜ਼ੂਰ ਜਿਹੜਾ ਉਹਦੇ ਦਰਬਾਰ ਹਾਜ਼ਰ ਹੁੰਦਾ, ਉਹਦੇ ਅੱਗੇ ਬੇਨਤੀ ਕਰਦਾ, ਰੋਂਦਾ, ਗਿੜਗੜਾਉਂਦਾ ਕਿ ਮੈਂ ਬੇਔਲਾਦ ਹਾਂ ਤੇ ਮੇਰੇ ਵਾਸਤੇ ਦੁਆ ਕਰੋ ਅੱਲਾ ਦੇ ਹਜ਼ੂਰ ਕਿ ਅੱਲਾਹ ਤਾਲਾ ਮੈਨੂੰ ਔਲਾਦ ਅਤਾ ਫਰਮਾਏ। ਉਹ ਫਕੀਰ ਉਹਦੇ ਵਾਸਤੇ ਦੁਆ ਕਰਦਾ ਹੈ ਤੇ ਅੱਲਾਹ ਤਾਲਾ ਉਸ ਫਕੀਰ ਦੀ ਦੁਆ ਨੂੰ ਕਬੂਲ ਫਰਮਾਉਂਦਾ ਹੈ ਤੇ ਇੱਜ਼ਤ ਬੇਗ ਦੇ ਬਾਪ ਨੂੰ ਅੱਲਾਹ ਇੱਕ ਪੁੱਤਰ ਅਤਾ ਕਰਦਾ ਜਿਹਦਾ ਨਾਂ ਇੱਜ਼ਤ ਬੇਗ ਸੀ। ਇੱਜ਼ਤ ਬੇਗ ਦਾ ਪਿਓ ਜਿਹੜਾ ਹੈ ਉਹ ਬੜਾ ਵੱਡਾ ਇੱਕ ਤਾਜਰ ਤੇ ਮਾਲਦਾਰ ਬੰਦਾ ਸੀ। ਇੱਜ਼ਤ ਬੇਗ ਜਿਹੜਾ ਉਹ ਆਪਣੇ ਵਾਲਿਦ ਦੇ ਨਾਲ ਜਵਾਨ ਹੁੰਦਾ ਤੇ ਆਪਣੇ ਵਾਲਿਦ ਦੇ ਨਾਲ ਕੰਮ ਕਾਰੋਬਾਰ ਕਰਦਾ। ਵਕਤ ਗੁਜ਼ਰਦਾ ਜਾਂਦਾ ਹੈ। ਇੱਜ਼ਤ ਬੇਗ ਜਦੋਂ ਜਵਾਨ ਹੁੰਦਾ ਤੇ ਉਹ ਕੰਮਕਾਰ ਨੂੰ ਵੀ ਸਮਝ ਜਾਂਦਾ ਹੈ, ਕਾਰੋਬਾਰ ਵੀ ਕਰਦਾ। ਉਹ ਤਾਂ ਇੱਕ ਦਿਨ ਆਪਣੇ ਬਾਪ ਨੂੰ ਕਹਿੰਦਾ ਕਿ ਮੈਂ ਦਿੱਲੀ ਜਾਣਾ ਚਾਹੁੰਦਾ, ਮੈਂ ਦਿੱਲੀ ਦੀ ਸੈਰ ਕਰਨਾ ਚਾਹੁੰਦਾ, ਮੈਂ ਦਿੱਲੀ ਨੂੰ ਵੇਖਣਾ ਚਾਹੁੰਦਾ, ਨਾਲੇ ਮੈਂ ਉੱਥੇ ਜਿਹੜਾ ਉਹ ਕੋਈ ਕਾਰੋਬਾਰ ਕਰਾਂਗਾ, ਉੱਥੇ ਕੁਝ ਵੇਚਾਂਗਾ, ਕੁਝ ਖਰੀਦਾਂਗਾ। ਉਹਦਾ ਬਾਪ ਬੜਾ ਪਰੇਸ਼ਾਨ ਹੁੰਦਾ ਕਿਉਂਕਿ ਉਹਦੀ ਬੜੀ ਸਕੀਵੀ ਦੀ ਔਲਾਦ ਸੀ। ਇਹ ਬੜੀ ਦੁਆਵਾਂ ਨਾਲ ਉਹਨੂੰ ਅੱਲਾ ਨੇ ਪੁੱਤਰ ਦਿੱਤਾ ਸੀ ਤੇ ਉਹਦੇ ਨਾਲ ਬੜਾ ਪਿਆਰ ਕਰਦੇ ਸਨ। ਹਾਂਜੀ, ਤੇ ਉਹਨਾਂ ਦੇ ਦੇਖਣ ਤੋਂ ਬਗੈਰ ਉਹਨਾਂ ਦਾ ਦਿਨ ਨਹੀਂ ਸੀ ਗੁਜ਼ਰਦਾ। ਲੇਕਿਨ ਇੱਜ਼ਤ ਬੇਗ ਦੀ ਖੁਸ਼ੀ ਵਾਸਤੇ ਇੱਜ਼ਤ ਬੇਗ ਦੇ ਮਾਂ ਬਾਪ ਨੇ ਉਹਨੂੰ ਬੁਖਾਰੇ ਤੋਂ ਵਿਦਾ ਕੀਤਾ ਤੇ ਇੱਜ਼ਤ ਬੇਗ ਜਿਹੜਾ ਉਹ ਦਿੱਲੀ ਆਇਆ। ਉਹ ਦਿੱਲੀ ਆਇਆ, ਦਿੱਲੀ ਰਿਹਾ, ਫਿਰ ਲਾਹੌਰ ਵੀ ਆਇਆ, ਲਾਹੌਰ ਰਿਹਾ, ਫਿਰ ਉਸ ਤੋਂ ਬਾਅਦ ਇੱਜ਼ਤ ਬੇਗ ਜਿਹੜਾ ਉਹ ਗੁਜਰਾਤ ਚਲਾ ਜਾਂਦਾ। ਜਦੋਂ ਇੱਜ਼ਤ ਬੇਗ ਗੁਜਰਾਤ ਜਾਂਦਾ ਹੈ ਤੇ ਉਹ ਇੱਕ ਦਿਨ ਭਾਂਡੇ ਖਰੀਦਣ ਦੇ ਵਾਸਤੇ ਅਬਦੁੱਲਾ ਕਮਿਆਰ ਦੇ ਘਰ ਜਾਂਦਾ ਹੈ। ਉੱਥੇ ਜਦੋਂ ਉਹਦੀ ਨਜ਼ਰ ਸੋਹਣੀ ਤੇ ਪੈਂਦੀ ਹੈ ਤੇ ਸੋਹਣੀ ਦੀ ਨਜ਼ਰ ਇੱਜ਼ਤ ਬੇਗ ਤੇ ਪੈਂਦੀ ਹੈ ਤੇ ਉਹਨਾਂ ਦੋਹਾਂ ਤੇ ਸਖਤਾਦਾਰੀ ਹੋ ਜਾਂਦਾ। ਔਰ ਇੱਜ਼ਤ ਬੇਗ ਔਰ ਸੋਹਣੀ ਜਿਹੜੇ ਨੇ ਉਹ ਦੋੜੇ ਇੱਕ ਦੂਸਰੇ ਦੀ ਮੁਹੱਬਤ ਦੇ ਵਿੱਚ ਗ੍ਰਿਫਤਾਰ ਹੋ ਜਾਂਦੇ ਨੇ। ਇਹਦੇ ਬਾਅਦ ਇੱਜ਼ਤ ਬੇਗ ਦਾ ਮਾਮੂਲ ਬਣ ਜਾਂਦਾ ਹੈ, ਉਹਦੀ ਇੱਕ ਰੂਟੀਨ ਬਣ ਜਾਂਦੀ ਹੈ ਕਿ ਉਹ ਰੋਜ਼
ਅਬਦੁੱਲਾ ਘੁਮਿਆਰ ਦੇ ਘਰ ਹੁੰਦਾ ਹੈ ਤੇ ਉੱਥੋਂ ਬਰਤਨ ਖਰੀਦਦਾ ਹੈ ਤੇ ਅੱਗੋਂ ਮਜ਼ੀਦ ਬਰਤਨਾਂ ਦੀ ਮੰਗ ਕਰਦਾ ਹੈ, ਆਰਡਰ ਦਿੰਦਾ ਹੈ। ਇਹ ਰੋਜ਼ ਹੀ ਇਸ ਤਰ੍ਹਾਂ ਹੀ ਕਰਦਾ ਹੈ। ਰੋਜ਼ ਇੱਜ਼ਤ ਬੇਗ ਆਉਂਦਾ ਹੈ ਤੇ ਉੱਥੋਂ ਬਰਤਨ ਖਰੀਦਦਾ ਹੈ ਤੇ ਇਸੇ ਬਹਾਨੇ ਸੋਹਣੀ ਦੇ ਦਰਸ਼ਨ ਔਰ ਦੀਦਾਰ ਕਰਦਾ ਹੈ ਔਰ ਅੱਗੋਂ ਮਜ਼ੀਦ ਬਰਤਨਾਂ ਦੀ ਮੰਗ ਕਰਦਾ ਹੈ। ਇਹ ਸਿਲਸਿਲਾ ਕੋਈ ਜ਼ਿਆਦਾ ਦੇਰ ਨਹੀਂ ਚੱਲਦਾ। ਇੱਜ਼ਤ ਬੇਗ ਕਿਉਂਕਿ ਉਹਦਾ ਧਿਆਨ ਆਪਣੇ ਕਾਰੋਬਾਰ ਦੀ ਤਰਫੋਂ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਉਹਦਾ ਜ਼ਿੰਦਗੀ ਦਾ ਮਕਸਦ ਸਿਰਫ ਸੋਹਣੀ ਦੀ ਮੁਹੱਬਤ ਤੱਕ ਹੀ ਮਹਦੂਦ ਹੋ ਜਾਂਦਾ ਹੈ। ਇੱਜ਼ਤ ਬੇਗ ਦਾ ਕਾਰੋਬਾਰ ਅਦਮ ਤਵੱਜੋ ਦੀ ਵਜ੍ਹਾ ਨਾਲ ਬਿਲਕੁਲ ਖਤਮ ਹੋ ਜਾਂਦਾ ਹੈ। ਇੱਜ਼ਤ ਬੇਗ ਕਲਾਸ਼ ਹੋ ਜਾਂਦਾ ਹੈ, ਬਿਲਕੁਲ ਭੁੱਖਾ ਹੋ ਜਾਂਦਾ ਹੈ। ਉਹਦੇ ਕੋਲ ਇੱਕ ਪੈਸਾ ਨਹੀਂ ਰਹਿੰਦਾ। ਹੁਣ ਉਹਦੀ ਇਹ ਹਾਲਤ ਹੋ ਜਾਂਦੀ ਹੈ ਕਿ ਉਹ ਬੁਹਾਰਾ ਵਾਪਸ ਜਾਣਾ ਤੇ ਬੜੀ ਦੂਰ ਦੀ ਗੱਲ ਹੈ। ਉਹ ਬੁਹਾਰਾ ਵਾਪਸ ਜਾਣ ਦੇ ਬਾਰੇ 'ਚ ਸੋਚ ਵੀ ਨਹੀਂ ਸਕਦਾ। ਉਹਦੀ ਹਾਲਤ ਇੰਨੀ ਪਤਲੀ ਹੋ ਜਾਂਦੀ ਹੈ ਕਿ ਇੱਕ ਦਿਨ ਅਬਦੁੱਲਾ ਘੁਮਿਆਰ ਦੇ ਘਰ ਜਾਂਦਾ ਹੈ ਤੇ ਉਹਦੇ ਅੱਗੇ ਬੇਨਤੀ ਕਰਦਾ ਹੈ, ਉਹਦਾ ਤਰਲਾ ਕਰਦਾ ਹੈ ਕਿ ਮੈਨੂੰ ਤੁਸੀਂ ਆਪਣਾ ਕਾਬਾ ਰੱਖ ਲਓ। ਜਦੋਂ ਉਹ ਅਬਦੁੱਲਾ ਘੁਮਿਆਰ ਦੇ ਬੜੇ ਤਰਲੇ ਮਿੰਨਤਾਂ ਕਰਦਾ ਹੈ, ਅਬਦੁੱਲਾ ਘੁਮਿਆਰ ਨੂੰ ਵੀ ਅੰਦਰ ਬਾਹਰ ਦੇ ਕੰਮਾਂ ਲਈ ਕਾਬੇ ਦੀ ਜ਼ਰੂਰਤ ਸੀ ਤੇ ਉਹ ਇੱਜ਼ਤ ਬੇਗ ਦੀ ਬੇਨਤੀ ਨੂੰ ਤਰਲਿਆਂ ਨੂੰ ਮੰਨ ਲੈਂਦਾ ਹੈ ਤੇ ਉਹਨੂੰ ਕੋਲ ਕਾਬਾ ਰੱਖ ਲੈਂਦਾ ਹੈ ਤੇ ਉਹਨੂੰ ਇੱਜ਼ਤ ਬੇਗ ਨੂੰ ਮੱਝੀਆਂ ਡੰਗਰ ਚਾਰਨ ਦੀ ਡਿਊਟੀ ਦਿੰਦਾ ਹੈ ਤੇ ਇੱਜ਼ਤ ਬੇਗ ਜਿਹੜਾ ਉਹ ਸੋਹਣੀ ਦੇ ਕਾਰ ਦੇ ਕੋਲ ਹੀ ਆਪਣਾ ਰਹਿਣ ਦਾ ਸਿਲਸਿਲਾ ਬਣਾ ਲੈਂਦਾ ਹੈ। ਉੱਥੇ ਉਹ ਰਹਿਣਾ ਸ਼ੁਰੂ ਕਰ ਦਿੰਦਾ ਹੈ ਔਰ ਉਹ ਮੱਝੀਆਂ ਚਰਾਉਂਦਾ ਹੈ ਔਰ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਮੁਹੱਬਤ ਹੈ ਉਹ ਫਲਦੀ ਫੁੱਲਦੀ ਰਹਿੰਦੀ ਹੈ ਔਰ ਰੋਜ਼ ਉਹਨਾਂ ਦੇ ਦਰਸ਼ਨ ਦੀਦਾਰ ਜਿਹੜੇ ਨੇ ਇੱਕ ਦੂਸਰੇ ਦੇ ਕਰਦੇ ਰਹਿੰਦੇ ਨੇ। ਇਹ ਸਿਲਸਿਲਾ ਕਾਫੀ ਦੇਰ ਚੱਲਦਾ ਰਹਿੰਦਾ ਹੈ। ਇੱਕ ਵਕਤ ਆਉਂਦਾ ਹੈ ਕਿ ਸੋਹਣੀ ਤੇ ਮਹੀਵਾਲ ਦੀ ਮੁਹੱਬਤ ਦਾ ਜਿਹੜਾ ਉਹ ਸੋਹਣੀ ਦੀ ਮਾਂ ਨੂੰ ਤੇ ਸੋਹਣੇ ਦੀ ਪਿਓ ਨੂੰ ਦੋਵਾਂ ਨੂੰ ਪਤਾ ਲੱਗ ਜਾਂਦਾ। ਸੋਹਣੀ ਤੇ ਮਹੀਵਾਲ ਦੀ ਮੁਹੱਬਤ ਦਾ ਸਿਰਫ ਉਹਦੀ ਮਾਂ ਤੇ ਉਹਦੇ ਪਿਓ ਨੂੰ ਪਤਾ ਨਹੀਂ ਲੱਗਦਾ, ਬਲਕਿ ਦੂਰ ਦਰਾਜ਼ ਤੱਕ ਇਹਦੇ ਇਸ਼ਕ ਤੇ ਮੁਹੱਬਤ ਦਾ ਜਿਹੜਾ ਨਾ ਉਹ ਹਰ ਪਾਸੇ ਇਹਦੀ ਮਸ਼ਹੂਰੀ ਹੋ ਜਾਂਦੀ ਹੈ। ਸੋਹਣੀ ਦਾ ਬਾਪ ਫੌਰੀ ਤੌਰ ਤੇ ਬਦਨਾਮੀ ਦੇ ਡਰ ਤੋਂ ਇੱਜ਼ਤ ਬੇਗ ਨੂੰ ਜਿਹੜਾ ਮਹੀਵਾਲ ਸੀ, ਇੱਜ਼ਤ ਬੇਗ ਤੇ ਨਾਮ ਉਹਦਾ ਲੋਕ ਭੁੱਲ ਗਏ ਸੀ ਕਿਉਂਕਿ ਉਸ ਇਲਾਕੇ 'ਚ ਜਿਹੜਾ ਬੰਦਾ ਡੰਗਰ ਮੱਝੀਆਂ ਚਰਾਉਂਦਾ ਸੀ ਉਹਨੂੰ ਮਹੀਵਾਲ ਕਹਿੰਦੇ ਸਨ। ਇਸ ਲਈ ਇੱਜ਼ਤ ਬੇਗ ਦਾ ਲੋਕ ਸਾਰੇ ਭੁੱਲ ਗਏ ਤੇ ਸਾਰੀ ਦੁਨੀਆ ਹੁਣ ਉਹਨੂੰ ਮਹੀਵਾਲ ਕਹਿੰਦੀ ਸੀ। ਸੋਹਣੀ ਦਾ ਬਾਪ ਮਹੀਵਾਲ ਨੂੰ ਕਾਬੇ ਦੀ ਨੌਕਰੀ ਤੋਂ ਫਰਗ ਕਰ ਦਿੰਦਾ ਹੈ ਤੇ ਫੌਰੀ ਤੌਰ ਤੇ ਸੋਹਣੀ ਦਾ ਰਿਸ਼ਤਾ ਆਪਣੇ ਖਾਨਦਾਨ ਦੇ ਇੱਕ ਘੁਮਿਆਰ ਖਾਨਦਾਨ ਦੇ ਵਿੱਚ ਉਹਦੀ ਸ਼ਾਦੀ ਕਰ ਦਿੰਦਾ ਔਰ ਦਿਨਾਂ ਦੇ ਵਿੱਚ ਹੀ ਉਹਦੀ ਰੁਸਖਤੀ ਵੀ ਕਰ ਦਿੰਦਾ। ਸੋਹਣੀ ਦੀ ਸ਼ਾਦੀ ਦਰਿਆ ਦੇ ਦੂਸਰੇ ਕਿਨਾਰੇ ਹੁੰਦੀ ਹੈ। ਮਹੀਵਾਲ ਜਿਹੜਾ ਉਹ ਦਰਿਆ ਦੇ ਇਸ ਕਿਨਾਰੇ 'ਤੇ ਰਹਿ ਜਾਂਦਾ ਤੇ ਸੋਹਣੀ ਜਿਹੜੀ ਹੈ ਉਹ ਦਰਿਆ ਦੇ ਦੂਸਰੇ ਕਿਨਾਰੇ ਚਲੀ ਜਾਂਦੀ ਹੈ। ਸੋਹਣੀ ਜਿਹੜੀ ਹੈ ਉਹ ਆਪਣੀ ਮੁਹੱਬਤ ਦੀ ਤਸਕੀਨ ਤੇ ਮਹਿਬੂਬ ਨੂੰ ਮਿਲਣ ਵਾਸਤੇ ਇੱਕ ਤਰੀਕਾ ਈਜਾਦ ਕਰਦੀ ਹੈ ਕਿਉਂਕਿ ਉਹਨੂੰ ਮਹੀਵਾਲ ਨੂੰ ਮਿਲਣ ਵਾਸਤੇ ਦਰਿਆ ਅਬੂਰ ਕਰਨਾ ਪੈਂਦਾ ਸੀ ਤੇ ਉਹ ਤਾਰੀ ਨਹੀਂ ਸੀ ਜਾਣਦੀ, ਲੇਕਿਨ ਉਹ ਜ਼ਰੂਫ ਬਣਾਉਣਾ ਭਾਂਡੇ ਬਣਾਉਣ ਦੀ ਬਹੁਤ ਵੱਡੀ ਮਾਹਰ ਸੀ। ਤੋਂ ਇੱਕ ਦਰਿਆ ਅਬੂਰ ਕਰਨ ਵਾਸਤੇ ਇੱਕ ਕੜਾ ਤਿਆਰ ਕਰਦੀ ਹੈ ਤੇ ਉਹ ਗੜੇ ਨੂੰ ਉੱਥੇ ਦਰਿਆ ਦੇ ਕੋਲ ਝਾੜੀਆਂ ਦੇ ਵਿੱਚ ਛੁਪਾ ਦਿੰਦੀ ਹੈ। ਸੋਹਣੀ ਜਿਹੜੀ ਹੈ ਉਹ ਰੋਜ਼ ਮਹੀਵਾਲ ਨੂੰ ਰਾਤ ਨੂੰ ਮਿਲਣ ਵਾਸਤੇ ਗੜੇ ਦੇ ਨਾਲ ਦਰਿਆ ਪਾਰ ਕਰਦੀ ਹੈ ਤੇ ਸਾਰੀ ਰਾਤ ਸੋਹਣੀ ਤੇ ਮਹੀਵਾਲ ਇੱਕ ਦੂਸਰੇ 'ਚ ਖੋਏ ਰਹਿੰਦੇ ਨੇ ਤੇ ਸੁਬਾਹ ਸਫੇਦੀ ਹੋਣ ਤੋਂ ਪਹਿਲੇ ਸੋਹਣੀ ਜਿਹੜੀ ਹੈ ਉਹ ਵਾਪਸ ਆਪਣੇ ਘਰ ਆ ਜਾਂਦੀ ਹੈ। ਇਹ ਵੀ ਸਿਲਸਿਲਾ ਆਖਰ ਕਿੰਨੀ ਦੇਰ ਚੱਲਣਾ ਸੀ। ਇੱਕ ਦਿਨ ਜਦੋਂ ਸੋਹਣੀ ਮਹੀਵਾਲ ਨੂੰ ਮਿਲਣ ਵਾਸਤੇ ਘਰੋਂ ਨਿਕਲਦੀ ਹੈ ਤੇ ਉਹਦੀ ਨੰਦ ਦੀ ਅੱਖ ਖੁੱਲ ਜਾਂਦੀ। ਉਹਦੀ ਨੰਦ ਉਹਨੂੰ ਵੇਖ ਲੈਂਦੀ ਹੈ ਜਾਂਦਿਆਂ ਤੇ ਉਹ ਸੋਹਣੀ ਦਾ
ਪਿੱਛਾ ਕਰਦੀ ਹੈ। ਉਹ ਦੇਖਦੀ ਹੈ ਕਿ ਸੋੜੀ ਝਾੜੀਆਂ 'ਚੋਂ ਕੜਾ ਕੱਢਦੀ ਹੈ ਤੇ ਉਸ ਕੜੇ ਦੀ ਮਦਦ ਤੋਂ ਦਰਿਆ ਬੂਰ ਕਰਦੀ ਹੈ। ਇਸ ਗੱਲ ਸੋੜੀ ਦੀ ਨਦ ਵੇਖ ਕੇ ਤੇ ਵਾਪਸ ਆ ਜਾਂਦੀ ਹੈ। ਵਾਪਸ ਆ ਕੇ ਤੇ ਸੁਬਾ ਆਪਣੀ ਮਾਂ ਨੂੰ ਦੱਸਦੀ ਹੈ ਇਹ ਸਾਰਾ ਵਾਕਿਆ। ਤੇ ਉਹ ਇੱਕ ਫਿਰ ਸੋੜੀ ਦੇ ਖਿਲਾਫ ਇੱਕ ਸਾਜ਼ਿਸ਼ ਜਿਹੜੀ ਹੈ ਉਹ ਤਿਆਰ ਕਰਦੀ ਹੈ। ਸੋੜੀ ਦੀ ਨਦ ਦਾ ਤਲਕ ਵੀ ਕਿਉਂਕਿ ਕਮਿਆਰ ਘਰਾਣੇ ਨਾਲ ਸੀ ਔਰ ਉਹ ਵੀ ਜ਼ਰੂਫ ਬਣਾਉਣ 'ਚ ਪੂਰੀ ਮਹਾਰਤ ਰੱਖਦੀ ਸੀ। ਉਹਨੇ ਇੱਕ ਐਸਾ ਘੜਾ ਤਿਆਰ ਕੀਤਾ ਕੱਚੀ ਮਿੱਟੀ ਦਾ। ਸੋੜੀ ਨਦ ਨੇ ਇੱਕ ਕੱਚੀ ਮਿੱਟੀ ਦਾ ਘੜਾ ਤਿਆਰ ਕੀਤਾ ਜਿਹੜਾ ਹੂ ਬਹੂ ਸੋੜੀ ਦੇ ਘੜੇ ਦੀ ਤਰ੍ਹਾਂ ਸੀ। ਤੇ ਉਹ ਘੜਾ ਤਿਆਰ ਕਰਕੇ ਉਹਨੇ ਜਿੱਥੇ ਸੋੜੀ ਨੇ ਪੱਕਾ ਘੜਾ ਰੱਖਿਆ ਸੀ ਝਾੜੀਆਂ 'ਚ, ਉਹਨੂੰ ਉੱਥੋਂ ਚੁੱਕ ਕੇ ਤੇ ਉੱਥੇ ਜਿਹੜੀ ਸੋੜੀ ਦੀ ਨਦ ਹੈ ਉੱਥੇ ਉਹ ਕੱਚਾ ਘੜਾ ਰੱਖ ਦਿੰਦੀ ਹੈ। ਇਸ ਤਰ੍ਹਾਂ ਹੀ ਰੂਟੀਨ ਨਾਲ ਇਸ ਗੱਲ ਦਾ ਸੋੜੀ ਨੂੰ ਬਿਲਕੁਲ ਕੋਈ ਉਹਦੀ ਖਬਰ ਨਹੀਂ, ਕਿਉਂਕਿ ਸੋੜੀ ਆਪਣੀ ਮੁਹੱਬਤ ਆਪਣੇ ਇਸ਼ਕ 'ਚ ਇੰਨੀ ਮਸਤ ਔਰ ਗਰਕ ਸੀ ਕਿ ਇਹਨੂੰ ਇਹਦੀ ਬਿਲਕੁਲ ਕੋਈ ਖਬਰ ਨਹੀਂ ਸੀ। ਉਹ ਇਸ ਵਾਕਿਏ ਤੋਂ ਬਿਲਕੁਲ ਬੇਖਬਰ ਸੀ ਕਿ ਮੇਰੀ ਨਦ ਤੇ ਮੇਰੀ ਸੱਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਹ ਇਸ ਤਰ੍ਹਾਂ ਹੀ ਰੂਟੀਨ ਨਾਲ ਰਾਤ ਨੂੰ ਉੱਠਦੀ ਹੈ ਤੇ ਝਾੜੀਆਂ ਤੋਂ ਕੜਾ ਲੈਂਦੀ ਹੈ, ਲੇਕਿਨ ਅੱਜ ਉਹ ਕੜਾ ਨਹੀਂ ਸੀ, ਉਹਦੀ ਮੌਤ ਦਾ ਸਮਾਨ ਸੀ। ਉਹ ਕੜਾ ਲੈ ਕੇ ਦਰਿਆ 'ਚ ਵੜਦੀ ਹੈ। ਜਦੋਂ ਦਰਿਆ 'ਚ ਵੜਦੀ ਹੈ ਤੇ ਕਿਉਂਕਿ ਘੜਾ ਜਿਹੜਾ ਸੀ ਉਹ ਕੱਚੀ ਮਿੱਟੀ ਦਾ ਬਣਿਆ ਸੀ, ਉਹ ਆਸਤਾ ਆਸਤਾ ਕੜਾ ਜਿਹੜਾ ਉਹ ਖੁਰਨਾ ਸ਼ੁਰੂ ਹੋ ਜਾਂਦਾ। ਜਦੋਂ ਸੋੜੀ ਦਰਿਆ ਦੇ ਬਿਲਕੁਲ ਵਿਚਕਾਰ ਪਹੁੰਚਦੀ ਹੈ ਤੇ ਉਹ ਕੜਾ ਜਿਹੜਾ ਉਹ ਖੁਰਦਾ ਬਿਲਕੁਲ ਹੀ ਦਰਿਆ 'ਚ ਖਿਲਰ ਜਾਂਦਾ। ਜਦੋਂ ਖਿਲਰ ਜਾਂਦਾ ਤੇ ਫਿਰ ਸੋੜੀ ਪੁਕਾਰਦੀ ਏ, ਲਾਰੇ ਮਾਰਦੀ ਏ, ਚੀਖਾਂ ਮਾਰਦੀ ਏ, ਮਹੀਵਾਲ ਨੂੰ ਆਵਾਜ਼ਾਂ ਮਾਰਦੀ ਏ। ਮਹੀਵਾਲ ਦਰਿਆ ਦੇ ਦੂਸਰੇ ਕਿਨਾਰੇ ਉਹਦਾ ਇੰਤਜ਼ਾਰ ਕਰ ਰਿਹਾ ਹੁੰਦਾ। ਜਦੋਂ ਸੋੜੀ ਦੀ ਆਵਾਜ਼ ਉਹਦੇ ਕੰਨਾਂ ਤੱਕ ਪਹੁੰਚਦੀ ਏ ਤੇ ਉਹ ਵੀ ਮਹੀਵਾਲ ਜਿਹੜਾ ਉਹ ਦਰਿਆ 'ਚ ਛਾਲ ਮਾਰ ਦਿੰਦਾ। ਸੋੜੀ ਨੂੰ ਵੀ ਤਾਰੀ ਨਹੀਂ ਸੀ ਆਉਂਦੀ ਤੇ ਮਹੀਵਾਲ ਨੂੰ ਵੀ ਤੈਰਨਾ ਬਿਲਕੁਲ ਨਹੀਂ ਸੀ ਆਉਂਦਾ। ਦੋਨੋਂ ਜਿਹੜੇ ਨੇ ਮੁਹੱਬਤ ਕਰਨ ਵਾਲਾ ਜੋੜਾ ਜਿਹੜਾ ਉਹ ਦਰਿਆ ਦੀਆਂ ਡੂੰਘੀਆਂ ਗਹਿਰਾਈਆਂ ਦੇ ਵਿੱਚ ਇਸ਼ਕ ਦੀ ਜਿਹੜੀ ਪਾਕੀਜ਼ਾ ਮੁਹੱਬਤ ਨੂੰ ਲੈ ਕੇ ਉਹਦੇ ਵਿੱਚ ਬਹਿ ਜਾਂਦੇ ਨੇ। ਇੱਕ ਰਵਾਇਤ ਹੈ ਕਿ ਸੋੜੀ ਤੇ ਮਹੀਵਾਲ ਦਾ ਜਸਤੇ ਹਾਕੀ ਇਹਨਾਂ ਦੀਆਂ ਲੋਕਥਾਂ ਜਿਹੜੀਆਂ ਰੁੜਦੀਆਂ ਬਦਰ ਰਾਂਝਾ ਕੋਟ ਸਰਗੋਦਾ ਉੱਥੋਂ ਲੱਭੀਆਂ ਤੇ ਉੱਥੇ ਇਹਨਾਂ ਦੀ ਜਿਹੜੀ ਉਹਨਾਂ ਨੂੰ ਦਫਨਾਇਆ ਗਿਆ, ਉੱਥੇ ਇਹਨਾਂ ਦਾ ਬਾਜ਼ਾਰ ਹੈ। ਦੂਸਰੀ ਰਵਾਇਤ ਜਿਹੜੀ ਹੈ ਉਹਦੇ ਮੁਤਾਬਕ ਸੋੜੀ ਮਹੀਵਾਲ ਦਾ ਬਾਜ਼ਾਰ ਜਿਹੜਾ ਉਹ ਸਿੰਧ ਦੇ ਇਲਾਕੇ ਸ਼ਦਾਦਪੁਰ ਦੇ ਵਿੱਚ ਮੌਜੂਦ ਹੈ, ਜਿੱਥੇ ਕਦੀ ਦਰਿਆਏ ਸਿੰਧ ਗੁਜ਼ਰਦਾ ਸੀ। ਦਰਿਆਏ ਸਿੰਧ ਸ਼ਦਾਦਪੁਰ ਦੇ ਵਿੱਚ ਮਾਈ ਸੋੜੀ ਦੇ ਇਲਾਕੇ ਦੇ ਵਿੱਚ ਸੋੜੀ ਦਾ ਬਾਜ਼ਾਰ ਹੈ ਤੇ ਸ਼ਦਾਦਪੁਰ ਸ਼ਹਿਰ ਦੇ ਵਿੱਚ ਅਲਿਆਲਾ ਜਿਹੜਾ ਉਹ ਮਹੀਵਾਲ ਦਾ ਬਾਜ਼ਾਰ ਹੈ। ਮੈਂ ਤੁਹਾਡੇ ਸਾਹਮਣੇ ਜਿਹੜਾ ਕਿੱਸਾ ਸੋੜੀ ਮਹੀਵਾਲ ਦਾ ਤੀਸਰਾ ਹਿੱਸਾ ਪੇਸ਼ ਕਰ ਰਿਹਾ, ਇਹ ਮੈਂ ਸੈयद ਫਜ਼ਲ ਸ਼ਾਹ ਸਾਹਿਬ ਨੇ ਜਿਹੜਾ ਕਿੱਸਾ ਸੋੜੀ ਮਹੀਵਾਲ ਲਿਖਿਆ ਮੈਂ ਉਹ ਪੇਸ਼ ਕਰ ਰਿਹਾ। ਸੋੜੀ ਮਹੀਵਾਲ ਦਾ ਜਿਹੜਾ ਕਿੱਸਾ ਸੈयद ਫਜ਼ਲ ਸ਼ਾਹ ਸਾਹਿਬ ਨੇ ਲਿਖਿਆ ਉਹ ਇੱਕ ਲੰਬੀ ਨਜ਼ਮ ਦੀ ਸ਼ਕਲ ਦੇ ਵਿੱਚ ਲਿਖਿਆ ਹੈ। ਫਜ਼ਲ ਸ਼ਾਹ ਸਾਹਿਬ 19ਵੀਂ ਸਦੀ 1827 ਵਿੱਚ ਲਾਹੌਰ ਦੇ ਇੱਕ ਬਸਤੀ ਨਵਾਂਕੋਟ 'ਚ ਜੰਮੇ ਤੇ ਉੱਥੇ ਹੀ ਲਾਹੌਰ ਦੇ ਵਿੱਚ ਮੁਲਤਾਨ ਰੋਡ ਤੇ ਉਹਨਾਂ ਦਾ ਬਾਜ਼ਾਰ ਹੈ। ਆਪ 1890 'ਚ ਆਪ ਦਾ ਵਿਸਾਲ ਹੋਇਆ। ਉਹਨਾਂ ਨੇ ਹੀ ਰਾਂਝਾ, ਲੈਲਾ ਮਜਨੂ, ਸੱਸੀ ਪੁੰਨੋ, ਇਸਰਾਰ ਇਲਾਹੀ, ਸੀ ਹਰਫੀਆ ਤੇ ਸ਼ਜਰਾ ਨਸਬ ਵੀ ਲਿਖਿਆ ਹੈ। ਲੇਕਿਨ ਸੈयद ਫਜ਼ਲ ਸ਼ਾਹ ਸਾਹਿਬ ਰਹਿਮਤੁल्लाह ਤਾਲਾ ਅਲੈਹ ਦਾ ਜਿਹੜਾ ਸੋੜੀ ਮਹੀਵਾਲ ਦੀ ਜਿਹੜੀ ਦਾਸਤਾਨ ਹੈ, ਜਿਹੜਾ ਕਿੱਸਾ ਹੈ, ਇਹ ਉਹਨਾਂ ਦਾ ਸਭ ਤੋਂ ਵੱਡਾ ਸ਼ਾਹਕਾਰ ਕਿੱਸਾ ਹੈ। ਪੇਸ਼ ਕਰਨ 'ਚ ਅਗਰ ਕੋਈ ਕਮੀ ਪੇਸ਼ੀ ਕੋਈ ਭੁੱਲ ਹੋ ਜਾਏ ਤੇ ਮੈਂ ਉਹਦੇ ਲਈ ਮਾਫੀ ਚਾਹੁੰਦਾ।
ਬੰਦੀਆਂ ਬੰਦ ਕਰ ਰਾ ਆਸ਼ਕਾਂ ਨੇ ਜ਼ੰਜੀਰ ਚੱਕ ਜ਼ੰਜੀਰ ਕੀਤੇ ਕੜੇ ਸ਼ੇਰ ਮੂਹੀ ਦੱਸਣ ਸ਼ੇਰ ਵਾਂਗੂ ਕੜੇ ਸ਼ੇਰ ਮੂਹੀ ਦਿਸਣ ਸ਼ੇਰ ਵਾਂਗੂ ਜਿਨ੍ਹਾਂ ਪੀਰ ਫਕੀਰ ਦਿਲਗੀਰ ਕੀਤੇ ਫੌਜਾਂ ਪਹੁੰਚੀਆਂ ਨੇ ਦਿਲੀ ਦਿਲਾਂ ਉੱਤੇ ਔਰ ਪਹੁੰਚੀਆਂ ਲੱਖ ਵਹੀਰ ਕੀਤੇ ਫਜ਼ਲ ਹੱਸ ਕੇ ਗੱਲ ਗਵਾਈ ਨਹੀਂ ਉਹਦੇ ਹੱਸ ਨੇ ਸ਼ਾਹ ਫਕੀਰ ਕੀਤੇ ਜ਼ੁਲਫਾਂ ਨਾਗ ਕਾਲੇ ਕੁੰਡਲਧਾਰ ਆਏ ਬਾਜ ਛੇੜੀਆਂ ਮਾਰਦੇ ਡੰਗ ਮੀਆਂ ਅੱਖੀ ਕਸ ਤਫੰਗ ਨਿਸ਼ਾਨ ਮਾਰਨ ਬਾਜ ਸੰਗ ਕਰੇਦੀਆਂ ਜੰਗ ਮੀਆਂ ਇੱਕ ਦੀਨ ਕੁਰੂ ਨੈਣ ਜਾਨ ਕੱਢਣ ਇੱਕ ਦੀਨ ਕੁਰੂ ਨੈਣ ਜਾਨ ਕੱਢਣ ਲਿੰਦੇ ਮੁਫਤ ਤੇ ਹਲਕ ਤੂੰ ਮੰਗ ਮੀਆਂ ਫਜ਼ਲ ਸ਼ਾਹ ਮਹਿਬੂਬ ਦੇ ਮੁਖ ਉਤੇ ਆਸ਼ਕ ਮਰ ਮਿਸਾਲ ਪਤੰਗ ਮੀਆਂ ਫਜ਼ਲ ਸ਼ਾਹ ਮਹਿਬੂਬ ਦੇ ਮੁਖ ਉਤੇ ਆਸ਼ਕ ਮਰ ਮਿਸਾਲ ਪਤੰਗ ਮੀਆਂ ਸੋਹਣੀ ਆਸ਼ਕਾਂ ਦੇ ਲਹੂ ਨਾਲ ਰਤੀ ਸੋਹਣੀ ਆਸ਼ਕਾਂ ਦੇ ਲਹੂ ਨਾਲ ਰਤੀ ਨਾਜ਼ਕ ਪੈਰ ਜੋ ਫਲ ਗੁਲਾਬ ਮੀਆਂ ਲੜੀਆਂ ਮੋਤੀਆਂ ਦੀਆਂ ਲੜੀਆਂ ਜਾ ਦਿਲੀ ਫੇਰ ਮਾਰੀਆਂ ਔਰ ਪੰਜਾਬ ਮੀਆਂ ਦੀਵੇ ਨਾਲ ਪਤੰਗਿਆਂ ਜਿਵੇਂ ਕੀਤੀ ਦੀਵੇ ਨਾਲ ਪਤੰਗਿਆਂ ਜਿਵੇਂ ਕੀਤੀ ਐਵੇਂ ਆਸ਼ਕਾਂ ਦੀ ਬੜੀ ਬਾਬ ਮੀਆਂ ਫਜ਼ਲ ਸ਼ਾਹ ਫਕੀਰ ਹੋ ਗਏ ਲੱਖਾਂ ਵੇਖ ਹੁਸਨ ਮਹਿਬੂਬ ਦੀ ਤਾਬ ਮੀਆਂ ਰੱਬ ਸਿਫਤ ਸੁਨਾਈ ਮੌਕੂਫ ਇਥੇ ਤੇਰੇ ਕਹਿਣ ਤੋਂ ਹੁਸਨ ਕਮਾਲ ਬੇਲੀ ਮਤਾ ਮੇਰੇ ਜਹਾਨ ਬੇਜਾਨ ਹੋ ਕੇ ਐਡੀ ਹੁਸਨ ਦੀ ਅੱਗ ਦਾ ਬਾਲ ਬੇਲੀ ਜਾ ਕੇ ਬਖ ਬਹਾਰੀ ਢੂੰਡ ਲਿਆਓ ਕਾਰਨ ਸੋਹਣੀ ਦੇ ਮਹੀਵਾਲ ਬੇਲੀ ਫਜ਼ਲ ਵਿੱਚ ਗੁਜਰਾਤ ਦੇ ਔਰ ਉਸਨੂੰ ਕਰੋ ਸੋਹਣੀ ਦੇ ਨਾਲ ਸਵਾਲ ਬੇਲੀ ਸੁਣੋ ਬਲਖ ਬਹਾਰੇ ਦੀ ਗੱਲ ਮੇਥੋਂ ਸੁਣੋ ਬਲਖ ਬਹਾਰੇ ਦੀ ਗੱਲ ਮੇਥੋਂ ਦੋਵੇਂ ਸ਼ਹਿਰ ਸਨ ਬਹੁਤ ਆਬਾਦ ਪਿਆਰੇ ਅਮਨ ਚੈਨ ਤੇ ਰਾਜ ਜਗੀਤੀਆਂ ਦਾ ਕੋਈ ਕਰੇ ਨਾ ਮੂਲ ਫਰਿਆਦ ਪਿਆਰੇ ਇੱਕ ਗਨੀ ਆਹਾ ਸਹੀ ਮਰਦ ਬਾਰੀ ਕਰੇ ਨਤ ਖੁਦਾਈ ਨੂੰ ਯਾਦ ਪਿਆਰੇ ਵਿੱਚ ਬਲਖ ਬਹਾਰੇ ਦੇ ਮਹਿਲ ਉਸਦੇ ਆਹਾ ਮਾਲ ਦੇ ਨਾਲ ਆਜ਼ਾਦ ਪਿਆਰੇ ਨਿਤ ਕਰੇ ਸੁਦਾਗਰੀ ਹੋਰ ਸੋਦੇ ਰੱਖੇ ਪੀਰ ਫਕੀਰ ਨੂੰ ਸ਼ਾਦ ਪਿਆਰੇ ਹੈਸੀ ਜ਼ਾਤ ਦਾ ਮੁਗਲ ਅਸੀਲ ਮਿਰਜ਼ਾ ਆਲੀ ਨਾਮ ਤੇ ਨੇਕ ਨਹਾਦ ਪਿਆਰੇ ਜਿਤਨੇ ਲੋਕ ਸੁਦਾਗਰੀ ਕਰਨ ਵਾਲੇ ਸਭਨਾ ਦੀ ਪੈਸੇ ਸਨ ਦੀ ਦਾਦ ਪਿਆਰੇ ਫਜ਼ਲ ਸ਼ਾਹ ਸਭ ਚੀਜ਼ ਮੌਜੂਦ ਆਹੀ ਪਰ ਨਹੀਂ ਸੀ ਇੱਕ ਔਲਾਦ ਪਿਆਰੇ ਐਸੀ ਬਾਤ ਕੋਲੋਂ ਪਰੇਸ਼ਾਨ ਹੋਇਆ ਗੇ ਐਸ਼ ਜਹਾਨ ਦੇ ਬੋਲ ਯਾਰਾ ਕਿਸੇ ਨਾਲ ਹੱਸ ਕੇ ਗੱਲ ਕਰਦਾ ਰਹੇ ਰੋਂਦਾ ਨਤ ਮਲੂਲ ਕਰ ਯਾਰਾ ਗਮਾ ਗੋਰ ਚਫੇਰ ਅੰਧੇਰ ਕੀਤਾ ਲੈਣ ਦੇਣ ਆਰਾਮ ਦਾ ਮੋਲ ਯਾਰਾ ਕਿਸੇ ਆਈ ਰਜ਼ਾਈ ਥੀ ਗੱਲ ਟੋਰੀ ਇੱਕ ਫਕੀਰ ਹੈ ਕੁਰਬ ਰਸੂਲ ਯਾਰਾ ਜੇਕਰ ਹੱਥ ਉਠਾਈ ਦੁਆ ਮੰਗੇ ਵਿੱਚ ਗਾਰ ਫਲਾਣੀ ਤੇ ਰਹੇ ਹੁਫੀਆ ਖਾਏ ਘਾ ਤੇ ਬਰਗ ਬਬੋਲ ਯਾਰਾ ਸੁਣ ਗੱਲ ਮਿਰਜ਼ੇ ਗਿਆ ਗਾਰ ਅੰਦਰ ਵੇਖੇ ਜ਼ਾਇਕੇ ਉਹ ਮਕਬੂਲ ਯਾਰਾ ਫਜ਼ਲ ਸ਼ਾਹ ਫਕੀਰ ਨੇ ਵੇਖ ਕਿਹਾ ਵਿੱਚ ਗਾਰ ਆਇਓ ਕਿਤ ਸਵਾਲ ਯਾਰਾ ਹੱਥ ਜੋੜ ਫਕੀਰ ਤੇ ਅਰਜ਼ ਕੀਤੀ ਡੁੱਬੇ ਤਾਰ ਸਾਈਆ ਡੁੱਬੇ ਤਾਰ ਸਾਈਆ ਹੱਥ ਜੋੜ ਫਕੀਰ ਅਰਜ਼ ਕੀਤੀ ਡੁੱਬੇ ਤਾਰ ਸਾਈਆ ਬੇੜਾ ਵਿੱਚ ਫਰਾਗ ਦੇ ਪਿਆ ਮੇਰਾ ਲਾਈ ਪਾਰ ਸਾਈਆ ਮੇਰੇ ਮਾਲਕ ਦਾ ਵਾਰਸੀ ਮੂਲ ਨਹੀਂ ਮੈਂ ਲਾਚਾਰ ਸਾਈ ਕਰਕੇ ਫਜ਼ਲ ਦੁਆ ਔਲਾਦ ਮੈਨੂੰ ਬਖਸ਼ਨਹਾਰ ਸਾਈ ਮੁਗਲ ਨੇਕ ਸਾਥ ਰਜੂ ਆਨ ਹੋਇਆ ਆਈ ਫਲ ਮਕਸੂਦ ਦੀ ਬਾਸ ਮੀਆਂ ਹੱਥ ਉਠਾਈ ਦੁਆ ਫਕੀਰ ਮੰਗੀ ਜਾ ਕਬ ਹੋਵੇ ਤੇਰਾ ਰਾਸ ਮੀਆਂ ਸੁੱਕੀ ਵੇਲ ਤੇਰੀ ਰੱਬ ਹਰੀ ਕਰਸੀ ਜਾ ਜਿਉ ਤੇ ਰੱਖ ਦਰੋ ਵਾਸ ਮੀਆਂ ਤੈਨੂੰ ਰੱਬ ਫਰਜ਼ੰਦ ਦਿਲ ਬੰਦ ਦੇਸੀ ਨਾਲ ਫਜ਼ਲ ਬਚਵਾਸ ਆਸ ਮੀਆਂ ਐ ਪਰ ਲੇਖਿਆਂ ਵਿੱਚ ਤਕਦੀਰ ਐਵੇਂ ਥੋੜੇ ਰੋਜ਼ ਰਹਿਸੀ ਤੇਰੇ ਪਾਸ ਮੀਆਂ ਫਜ਼ਲ ਉਸਨੂੰ 14ਵੇਂ ਸਾਲ ਅੰਦਰ ਕਰਸੀ ਇਸ਼ਕ ਕਮਾਲ ਉਦਾਸ ਮੀਆਂ ਮਿਰਜ਼ਾ ਦੇ ਤਾਜ਼ੀਮ ਫਕੀਰ ਤਾਈ ਆਇਆ ਖਰਮਹਾਨੇ ਨਾਲ ਚਾਹ ਤੇ ਜੀ ਰਾਤ 14ਵੀਂ ਰਾਤ ਦੀ ਚਾਂਦਨੀ ਸੀ ਸੂਰਜ ਇੱਕ ਹੋਇਆ ਨਾਲ ਮਾਹ ਦੇ ਜੀ ਸੁੱਕਾ ਮੁੱਦਤਾਂ ਦਾ ਹੋਇਆ ਸਿਉ ਹਰਿਆ
ਸੁੱਕਾ ਮੁੱਦਤਾਂ ਦਾ ਹੋਇਆ ਸਿਉ ਹਰਿਆ ਸੋ ਹਰਿਆ, ਵਾਹ ਵਾਹ ਇਹ ਕੰਮ ਅੱਲਾ ਦੇ ਜੀ, ਫਜ਼ਲ ਸ਼ਾਹ ਦਾ ਵਿੱਚ ਸ਼ੁਮਾਰ ਹੋਵੜ, ਜੋ ਜੋ ਫਜ਼ਲ ਹੋਵ ਉਸ ਸ਼ਾਹ ਦੇ ਜੀ। ਉਸੇ ਰਾਤ ਵਸਾਲ ਦੀ ਬਾਤ ਸੀਤੀ, ਹੋਲ ਨਾਲ ਉਮੀਦ ਹਜ਼ੂਰ ਮੀਆਂ, ਗੇ ਹੈਰ ਦੇ ਗੁਜ਼ਰ ਨਉ ਮਾਹ ਪੂਰੇ, ਦਾਦੀ ਦਸ ਦੀ ਆਲ ਜ਼ਰੂਰ ਮੀਆਂ, ਸੁਬਾ ਵਕਤ ਬੇਟਾ ਪੈਦਾਵਾਰ ਹੋਇਆ, ਗਿਆ ਖੰਡ ਜਹਾਨ ਤੇ ਨੂਰ ਮੀਆਂ, ਫਜ਼ਲ ਸ਼ਾਹ ਜੇ ਕਰ ਗੜਿਊ ਮੀਨਾ ਵਸੇ, ਨਾ ਹੀ ਰੱਬ ਰਹੀਮ ਥੀ ਦੂਰ ਮੀਆਂ, ਦਾਈ ਵੇਖ ਕੇ ਹੁਸਨ ਖਿਆਲ ਕੀਤਾ, ਦਾਈ ਵੇਖ ਕੇ ਹੁਸਨ ਖਿਆਲ ਕੀਤਾ, ਫਿਰ ਯੂਸਫ ਨਮੂਦਾਰ ਹੋਇਆ, ਰੱਬਾ ਉਮਰ ਬਖਸ਼ੀ ਐਸ ਮਾਂ ਤਾਈ, ਤੇਰੇ ਫਜ਼ਲ ਬੇਅੰਤ ਸ਼ਮਾਰ ਹੋਇਆ, ਦਾਈ ਦੀ ਪੈਗਾਮ ਗੁਲਾਮ ਤਾਈ, ਖੁਸ਼ੀ ਦਿਲਾਂ ਨੂੰ ਸਬਰ करार होया, गया दौड़ गलाम खुश खबर लैके, मिर्जे पास जा अर्ज गुजार होया, सुन के खबर फरजंद दिल बंद संदी, मिर्जा खुशी दे नाल गुलजार होया, पढ़े शुक्र अलहमद हजार वेदी, पढ़े शुक्र अलहमद हजार वारी, ओ नगार दा रब सतार होया, किता मंगतिया और हजूम बता, बाज टोक हथ रोक वहार होया, दित्ती मीना दे वांग बरसा दौलत, गोया फजल थी अबर बहार होया, कदी बाग दवाड़ सत मुल्ला, कदी बाग दवाड़ दा सत मुल्ला, क्या नबी दा नाम पछाण जानी, इसदा नाम रखण इज्जत बेग मिर्जा, देखभाल किताब कुरान जानी, दिते रब ने ਸਕੰਦੀਆਂ ਨੂੰ ਸਾਥੀ ਆਪ ਹੋਇਆ, ਮਿਹਰਬਾਨ ਜਾਨੀ, ਫਜ਼ਲ ਸ਼ਾਹ ਦਾ ਬਦਰ ਕਮਾਲ ਹੋਇਆ, ਯੂਸਫ ਵਾਂਗ ਜਮਾਲ ਆਯਾਨ ਜਾਨੀ, ਦੂਜੇ ਵਰੇ ਗੁਲਾਮ ਹਰ ਰੋਜ਼ ਇਸ ਨੂੰ ਲੈ ਕੇ ਜਾਮਦਾ ਵਿੱਚ ਦਰਬਾਰ ਦੇ ਜੀ, ਆਸਾਂ ਸਕਦੀਆਂ ਆਸਾਂ ਵਰ ਆਈਆ, ਨਿਤ ਰੱਬ ਦਾ ਸ਼ੁਕਰ ਗੁਜ਼ਾਰ ਦੇ ਜੀ, ਬਾਪ ਵਾਂਗ ਯਕੂਬ ਦੇ ਪਿਆਰ ਰੱਖੇ, ਆਏ ਸਬਰ ਨਾ ਬਾਈ ਦੀਦਾਰ ਦੇ ਜੀ, ਤੀਜੇ ਵਰੇ ਨੂੰ ਫਜ਼ਲ ਥੀ ਮੀਨਾ ਵਰੇ, ਲਗਾ ਗੱਲ ਕਰਨੇ ਪਿਆਰ ਦੇ ਨਾਲ ਜੀ, ਚੌਥੇ ਵਰੇ ਸੋਹਣੇ ਸਰ ਦੇ ਕੜੇ ਗੜੇ, ਜੜੇ ਬੇੜੀਆਂ ਪੀਂਦਾ ਨਾਲ ਮੀਆਂ, ਜੜੇ ਹੀਰਿਆਂ ਪਿੰਦੀਆਂ ਨਾਲ ਮੀਆਂ, ਬਾਜ਼ੂ ਬੰਦ ਬਧੇ ਉੱਪਰ ਬਾਜ਼ੂਆਂ ਦੇ, ਅਤੇ ਜੜਤ ਜੜਾ ਕੇ ਲਾਲ ਮੀਆਂ, ਇੱਕ ਹੱਸ ਜੜਾਓ ਸੀ ਚੁਨੀਆਂ ਦਾ, ਇਸ ਦੇ ਗਲ ਅੰਦਰ ਦਿੱਤਾ ਡਾਲ ਮੀਆਂ, ਅੱਲਾ ਵਾਲੜ ਦੇ ਕੰਨੀ ਵਾਲੜੇ ਪਾ, ਦਿੱਤੀ ਅੱਗ ਉਤੇ ਅੱਗ ਬਾਲ ਮੀਆਂ, ਜ਼ਰੀ ਬਦਲੇ ਦਾ ਗਲ ਪਾ ਕੁੜਤਾ, ਜ਼ਰੀ ਬਦਲੇ ਦਾ ਗਲ ਪਾ ਕੁੜਤਾ, ਅਤੇ ਦੇਣ ਇਸ ਦੇ ਲਾਲ ਸ਼ਾਲ ਮੀਆਂ, ਫਜ਼ਲ ਸ਼ਾਹ ਦਾ ਵਿੱਚ ਖਿਆਲ ਤੇਰੇ, ਐਸਾ ਚਮਕਿਆ ਹੁਸਨ ਜਮਾਲ ਮੀਆਂ, ਐਸਾ ਚਮਕਿਆ ਹੁਸਨ ਜਮਾਲ ਮੀਆਂ, ਵਰੇ ਪੰਜਵੇਂ ਵੇਖ ਕੇ ਵਾਰ ਚੰਗਾ, ਮਸਜਿਦ ਵਿੱਚ ਲੈ ਜਾਈ ਭਾਇਓ ਨੇ, ਇੱਕ ਥਾਲ ਭਰ ਕੇ ਸੱਚੇ ਮੋਤੀਆਂ ਦਾ, ਇੱਕ ਥਾਲ ਭਰ ਕੇ ਸੁੱਚੇ ਮੋਤੀਆਂ ਦਾ, ਉਸਤਾਦ ਦੀ ਨਜ਼ਰ ਟਿਕਾਇਓ ਨੇ, ਨੀਅਤ ਹੈਰ ਕਹਿ ਕੇ ਵੱਡ ਸ਼ਰੀੜੀ ਨੂੰ, ਪਹਿਲੇ ਕਹਿੰਦੇ ਹੱਥ ਪੜਾਇਓ ਨੀ, ਥੋੜੇ ਦਿਨਾਂ ਅੰਦਰ ਬਹੁਤ ਪਿਆਰ ਸੀ ਤੀ, ਸਾਰਾ ਕਾਇਦਾ ਪਖਤ ਕਰਾਇਓ ਨੀ, ਜਦੋਂ ਕਾਇਦਾ ਖੂਬ ਦਰੁਸਤ ਹੋਇਆ, ਫਿਰ ਪੜ੍ਹੇ ਕੁਰਾਨ ਤੇ ਲਾਇਓ ਨੀ, ਜਦੋਂ ਕਾਇਦਾ ਖੂਬ ਦਰੁਸਤ ਹੋਇਆ, ਫਿਰ ਪੜ੍ਹਨ ਕੁਰਾਨ ਤੇ ਲਾਇਓ ਨੀ, ਅਲਹਮਦ ਥੀ ਸ਼ੁਰੂ ਕਰਾ ਇਸ ਨੂੰ, ਵਦਾਸਤਾ ਜਾਪ ਪਹੁੰਚਾਇਓ ਨੀ, ਸਾਰੇ ਹਰਫ ਤੇ ਲਫ਼ਜ਼ ਤਹਿਕੀਕ ਕਰਕੇ, ਕਈ ਹਾਫਜ਼ੇ ਨਾਲ ਦੁਹਰਾਇਓ ਨੀ, ਇੱਜ਼ਤ ਬੇਗ ਨੇ ਯਾਦ ਕੁਰਾਨ ਕੀਤਾ, ਸਾਰਾ ਬਾਪ ਨੂੰ ਯਾਦ ਸੁਣਾਇਓ ਨੇ, ਦੀਨ ਬਹੁਤ ਉਸਤਾਦ ਨੂੰ ਮਾਲ ਦੌਲਤ, ਸਰੋਪਾ ਬਿਠਾਈ ਪਹਿਨਾਇਓ ਨੇ, ਫਜ਼ਲ ਕਰਨ ਅਮੀਨ ਇੱਜ਼ਤ ਬੇਗ ਸੰਦੀ, ਫਜ਼ਲ ਕਰਨ ਅਮੀਨ ਇੱਜ਼ਤ ਬੇਗ ਸੰਦੀ, ਹੋਰ ਸ਼ਗਨ ਸ਼ਗੂਨ ਮਨਾਇਓ ਨੇ, ਵਰੇ ਛੇਵੇਂ ਹਰਫ ਐਸੇ ਸਾਫ ਲਿਖੇ, ਕਰਨ ਕੋਲ ਉਸਤਾਦ ਕਬੂਲ ਮੀਆਂ, ਵਰੇ ਸਤਵੇਂ ਨਜ਼ਮ ਨੂੰ ਨਸਰ ਪੜਿਆ, ਕੀਤਾ ਇਲਮ ਸਿਆਕ ਹਸੂਲ ਮੀਆਂ, ਵਰੇ ਅੱਠਵੇਂ ਸਰਫ ਤੇ ਨਾਇਓ ਪੜਿਆ, ਹੋਰ ਫੱਕਾ ਹਦੀਸ ਰਸੂਲ ਮੀਆਂ, ਨਵੇਂ ਵਰੇ ਕਮਾਲ ਹਕੀਮ ਹੋਇਆ, ਕਿਤੇ ਕਾਇਦੇ ਕੁਲ ਅਸੂਲ ਮੀਆਂ, ਦਸਵੇਂ ਵਰੇ ਅਤਾ ਖੁਦਾਈ ਤੇ ਥੀ, ਪੜਿਆ ਕੁਲ ਫਰਵਾ ਅਸੂਲ ਮੀਆਂ, ਵਰੇ 12ਵੇਂ ਨੂੰ ਹੋਇਆ ਖਾਸ ਫਜ਼ਲ, पढ़े समझ मकूल मनकूल मिया, वरे 12वें इल्म नजूम संदा, लिया समझ सारा अर्ज तूल मिया, फजल शाह 14वें वरे तक होया,
कोई इलम ना छड़िया मूल मियाँ, कोई इलम ना छड़िया मूल मियाँ, कोई इलम ना छड़िया मूल मियाँ। अल्लाह ताला हमें आसानियाँ अता फरमाए और आसानियाँ तकसीम करने का शर्फ अता फरमाए। और अल्लाह ताला हमें बुजुर्गान दीन की सिफ़ात को अपनाने और उजागर करने का शर्फ, इल्म और मर्तबा और शान और मकाम अता फरमाए। नूर वाले, नूर वाले, नूर वाले।